ਹੈਲੋ ਸਟੂਡੈਂਟਸ, ਅੱਜ ਆਪਾਂ ਸੈਕਿੰਡ ਯੂਨਿਟ ਕਰੰਟ ਇਲੈਕਟ੍ਰਿਸਿਟੀ ਦੀ ਰਿਵੀਜ਼ਨ ਕਰਨ ਜਾ ਰਹੇ ਹਾਂ। ਪਹਿਲਾ ਕੁਐਸਚਨ ਹੈ ਇਲੈਕਟ੍ਰਿਕ ਕਰੰਟ ਇਜ਼ ਗਿਵਨ ਬਾय। ਸਾਨੂੰ ਪਤਾ ਹੈ ਇਲੈਕਟ੍ਰਿਕ ਕਰੰਟ ਇਜ਼ ਗਿਵਨ ਬਾय ਚਾਰਜ ਪਰ ਯੂਨਿਟ ਟਾਈਮ। ਬੜਾ ਈਜ਼ੀ ਕੁਐਸਚਨ ਸੀ। ਐਂਡ ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਦਾ ਕਰੰਟ। ਹੁਣ ਕਰੰਟ ਦੇ ਯੂਨਿਟ ਦੱਸਣੇ। ਸਾਨੂੰ ਪਤਾ ਹੈ ਕਿ ਚਾਰਜ ਦੇ ਯੂਨਿਟ ਕੀ ਹੁੰਦੇ ਆ ਕੂਲਮ, ਅਤੇ ਟਾਈਮ ਦੇ ਯੂਨਿਟ ਕੀ ਹੁੰਦੇ ਸੈਕਿੰਡ, ਤੋਂ ਕੂਲਮ ਪਰ ਸੈਕਿੰਡ ਆ ਜਾਏਗਾ। ਨੈਕਸਟ ਕੁਐਸਚਨ ਕੀ ਹੈ, ਕਿਰਚੌਫਸ ਫਰਸਟ ਲਾਅ ਇਜ਼ ਬੇਸਡ ਔਨ। ਪਹਿਲਾ ਲਾਅ ਜਿਹੜਾ ਕਿਰਚੌਫ ਦਾ ਕਿਹਦੇ 'ਤੇ ਬੇਸਡ ਹੈਗਾ, ਦੈਟ ਇਜ਼ ਬੇਸਡ ਔਨ ਲਾਅ ਆਫ ਕੰਜ਼ਰਵੇਸ਼ਨ ਆਫ ਚਾਰਜ। ਅਗਰ ਦੂਸਰਾ ਲਾਅ ਪੁੱਛ ਲੈਣਾ ਫਿਰ ਐਨਰਜੀ ਆ ਜਾਏਗਾ। ਨੈਕਸਟ ਕੁਐਸਚਨ ਹੈ ਇਨ ਚਾਰਜਿੰਗ ਬੈਟਰੀ ਆਫ ਮੋਟਰ ਕਾਰ ਵਿਚ ਇਫੈਕਟ ਆਫ ਇਲੈਕਟ੍ਰਿਕ ਕਰੰਟ ਇਜ਼ ਯੂਜ਼। ਸਾਨੂੰ ਪਤਾ ਹੈ ਕਿਹੜਾ ਇਫੈਕਟ ਯੂਜ਼ ਕਰਦੇ ਆ, ਉਹਦੇ 'ਚ ਕੈਮੀਕਲ ਐਨਰਜੀ ਕਨਵਰਟ ਹੋ ਜਾਂਦੀ ਹੈ, ਕਾਹਦੇ 'ਚ, ਇਲੈਕਟ੍ਰੀਕਲ ਐਨਰਜੀ 'ਚ। ਨੈਕਸਟ ਕੁਐਸਚਨ ਕੀ ਹੈ, ਕਿਲੋਵਾਟ ਆਵਰ ਇਜ਼ ਦਾ ਯੂਨਿਟ ਆਫ। ਸਾਨੂੰ ਪਤਾ ਹੈ ਕਿ ਕਿਲੋਵਾਟ ਆਵਰ ਯੂਨਿਟ ਕਿਹਦੇ ਹੁੰਦੇ, ਇਲੈਕਟ੍ਰੀਕਲ ਐਨਰਜੀ ਦੇ। 1 kilowatt hour is equals to 36 into 10 raised to power 5 ਜਾਂ 3.6 into 10 raised to power 6 ਜੂਲ ਹੋ ਸਕਦਾ। ਦ ਯੂਨਿਟ ਆਫ ਇਲੈਕਟ੍ਰਿਕ ਪਾਵਰ। ਯੂਨਿਟ ਆਫ ਇਲੈਕਟ੍ਰਿਕ ਪਾਵਰ ਕੀ ਹੋ ਸਕਦੀ, ਸਾਡੇ ਕੋਲ ਵਾਟ ਹੋ ਸਕਦੀ ਹੈ। ਇੱਥੇ ਇੱਕ ਹੀ ਆਪਸ਼ਨ ਹੈ, ਠੀਕ ਹੈ। ਕਿਲੋਵਾਟ ਆਵਰ ਐਨਰਜੀ ਦੀ ਯੂਨਿਟ ਹੈ, ਐਂਪੀਅਰ ਤੁਹਾਨੂੰ ਪਤਾ ਹੈ ਕਰੰਟ ਦੀ ਯੂਨਿਟ ਹੈ, ਅਤੇ ਵੋਲਟ ਪੋਟੈਂਸ਼ੀਅਲ ਦੀ। ਲਾਅ ਇਜ਼ ਸੈਡ ਟੂ ਬੀ ਜਨਰਲਾਈਜ਼ਡ ਓਮਸ ਲਾਅ। ਕਿਹੜਾ ਲਾਅ ਅਸੀਂ ਜਨਰਲਾਈਜ਼ ਓਮ ਲਾਅ ਕਹਿੰਦੇ ਹਾਂ, ਇਹ ਓਮਸ ਲਾਅ ਨਾਲ ਕਿਹੜਾ ਲਾਅ ਜਿਹੜਾ ਰਿਲੇਟ ਕਰ ਰਿਹਾ, ਉਹ ਕਰ ਰਿਹਾ ਬੋਇਲਸ ਲਾਅ। ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਦਾ ਪੋਟੈਂਸ਼ੀਅਲ ਡਿਫਰੈਂਸ। ਸਾਨੂੰ ਪਤਾ ਹੈ ਪੋਟੈਂਸ਼ੀਅਲ ਕੀ ਹੁੰਦਾ, ਵਰਕ ਡਨ ਬਾਏ ਚਾਰਜ। ਸੋ ਵਰਕ ਡਨ ਦੇ ਯੂਨਿਟ ਕੀ ਹੁੰਦੇ ਆ ਜੂਲ, ਅਤੇ ਚਾਰਜ ਯੂਨਿਟ ਕੀ ਹੁੰਦੇ ਆ ਕੂਲਮ। ਤਾਂ ਸਾਡੇ ਕੋਲ 9th ਦਾ ਕਿਹੜਾ ਆਂਸਰ ਆ ਜਾਏਗਾ, 9th ਦਾ ਆਂਸਰ ਆ ਜਾਏਗਾ ਏ। ਦ ਇਲੈਕਟ੍ਰਿਕ ਇੰਟੈਂਸਿਟੀ ਐਂਡ ਕਰੰਟ ਡੈਂਸਿਟੀ ਜੇ ਆਰ ਰਿਲੇਟਡ ਹੈ। ਕਿਸ ਤਰ੍ਹਾਂ ਇਹ ਇੱਕ ਦੂਸਰੇ ਨਾਲ ਰਿਲੇਟ ਕਰ ਰਹੇ ਨੇ। ਇਹ ਜਿਹੜੀ ਇਲੈਕਟ੍ਰਿਕ ਫੀਲਡ ਹੁੰਦੀ ਹੈ ਉਹ ਪ੍ਰੋਡਕਟ ਹੁੰਦੀ ਹੈ ਕਿਹਦਾ, ਕਰੰਟ ਡੈਂਸਿਟੀ ਅਤੇ ਰੈਜ਼ਿਸਟਿਵਿਟੀ ਦਾ। ਤਾਂ ਆਂਸਰ ਕੀ ਆ ਜਾਏਗਾ ਬੀ। SI ਯੂਨਿਟ ਆਫ ਮੋਬਿਲਿਟੀ। ਮੋਬਿਲਿਟੀ ਦੇ ਅਸੀਂ SI ਯੂਨਿਟ ਦੱਸਣੇ ਹੈਗੇ ਆ। ਮੋਬਿਲਿਟੀ ਦੇ SI ਯੂਨਿਟ ਨੇ ਮੀਟਰ ਸਕੇਅਰ ਪਰ ਸੈਕਿੰਡ ਪਰ ਵੋਲਟ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਮਟੀਰੀਅਲ ਹੈਜ਼ ਮੈਕਸੀਮਮ ਰੈਜ਼ਿਸਟਿਵਿਟੀ ਫਰੋਮ ਦਾ ਫੋਲੋਇੰਗ। ਇਹਨਾਂ ਵਿੱਚੋਂ ਕਿਹੜਾ ਜਿਹੜਾ ਮਟੀਰੀਅਲ ਹੈ ਜਿਹਦੀ ਮੈਕਸੀਮਮ ਰੈਜ਼ਿਸਟਿਵਿਟੀ ਹੋ ਸਕਦੀ ਹੈ, ਠੀਕ ਹੈ। ਤੋ ਅਗਰ ਇਹਨੂੰ ਧਿਆਨ ਨਾਲ ਦੇਖਿਆ ਜਾਵੇ, ਸਾਡੇ ਕੋਲ ਕਾਰਬਨ ਹੈ, ਸਿਲੀਕਨ ਹੈ, ਮੈਗਨੀਨ ਹੈ, ਅਤੇ ਮਾਈਕਾ ਹੈ। ਤੋ ਆਂਸਰ ਕੀ ਹੈਗਾ ਮੈਗਨੀਨ। ਨੈਕਸਟ ਕੁਐਸਚਨ ਲਿਖ ਲੈਂਦੇ ਹਾਂ। ਨੈਕਸਟ ਕੁਐਸਚਨ ਇਜ਼ 13th ਵਨ, ਰੈਜ਼ਿਸਟਿਵਿਟੀ ਆਫ ਵਾਇਰ। ਰੈਜ਼ਿਸਟਿਵਿਟੀ ਆਫ ਵਾਇਰ ਕਾਹਦੇ 'ਤੇ ਡਿਪੈਂਡ ਕਰਦੀ ਹੈ, ਸਾਨੂੰ ਪਤਾ ਹੈ ਨਾ ਤਾਂ ਰੈਜ਼ਿਸਟਿਵਿਟੀ ਸ਼ੇਪ 'ਤੇ ਡਿਪੈਂਡ ਕਰਦੀ ਹੈ, ਨਾ ਏਰੀਆ ਆਫ ਕ੍ਰੋਸ ਸੈਕਸ਼ਨ 'ਤੇ ਡਿਪੈਂਡ ਕਰਦੀ ਹੈ, ਉਹ ਡਿਪੈਂਡ ਕਰਦੀ ਹੈ ਮਟੀਰੀਅਲ 'ਤੇ। ਤੋਂ ਕੰਪੋਜੀਸ਼ਨ ਆਫ ਮਟੀਰੀਅਲ ਆਫ ਵਾਇਰ ਆ ਜਾਏਗਾ। ਨੈਕਸਟ ਕੁਐਸਚਨ ਹੈ ਰੈਜ਼ਿਸਟੈਂਸ ਆਫ ਆਈਡੀਅਲ ਵੋਲਟ ਮੀਟਰ। ਆਈਡੀਅਲ ਵੋਲਟ ਮੀਟਰ ਦੇ ਵਿੱਚ ਰੈਜ਼ਿਸਟੈਂਸ ਜਿਹੜੀ ਹੋਏਗੀ ਦੈਟ ਇਜ਼ ਦੀ ਇਨਫਾਈਨਾਈਟ, ਠੀਕ ਹੈ। ਐਂਡ ਅਗਰ ਤੁਹਾਨੂੰ ਵੋਲਟ ਮੀਟਰ ਦੀ ਜਗ੍ਹਾ ਮੀਟਰ ਪੁੱਛ ਲੈਂਦਾ, ਉਹਦੀ ਕੀ ਹੋਏਗੀ 0, ਠੀਕ ਹੈ। ਉਸ ਤੋਂ ਬਾਅਦ ਕੀ ਹੈਗਾ 15th ਕੁਐਸਚਨ, ਵਿਚ ਆਫ ਦਾ ਫੋਲੋਇੰਗ ਕਰੈਕਟਰਿਸਟਿਕਸ ਆਫ ਇਲੈਕਟ੍ਰੋਨ ਡਿਟਰਮਾਈਨਸ ਦਾ ਕਰੰਟ ਇਨ ਅ ਕੰਡਕਟਰ। ਜਿਹੜਾ ਇਲੈਕਟ੍ਰੋਨਸ ਹੈ ਉਹਦੀ ਕਰੈਕਟਰਿਸਟਿਕਸ ਕਿਹੜੀ ਹੋ ਸਕਦੀ ਹੈ, ਅਤੇ ਇਹਦੇ ਵਿੱਚ ਕੀ ਆ ਜਾਏਗਾ, ਉਹਦੇ 'ਚ ਕੀ ਹੁੰਦਾ ਹੈ, ਇਲੈਕਟ੍ਰੋਨ ਜਿਹੜਾ ਉਹ ਸਿਰਫ ਅਤੇ ਸਿਰਫ ਕਿੰਨਾ ਘੁੰਮ ਰਿਹਾ, ਇਕੱਲੀ ਅਤੇ ਇਕੱਲੀ ਡ੍ਰਿਫਟ ਵੈਲੋਸਿਟੀ ਨਾਲ ਘੁੰਮ ਰਿਹਾ, ਅਸੀਂ ਇਹ ਮੰਨ ਕੇ ਚੱਲਦੇ ਹਾਂ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ 16th ਵਨ, 12 ਕੂਲਮ ਪਰ ਮਿੰਟ ਕੈਨ ਬੀ ਰਿਟਨ ਐਸ। ਹੁਣ 12 ਕੂਲਮ ਹੈ, ਉਹਨਾਂ ਨੂੰ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਪਰ ਮਿੰਟ ਦੇ ਹਿਸਾਬ ਦੇ ਨਾਲ, ਅਤੇ 12 ਕੂਲਮ ਨੂੰ ਪਰ ਮਿੰਟ ਦੇ ਹਿਸਾਬ ਨਾਲ ਲਿਖਿਆ ਸਕਦਾ 0.2। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਥੋੜ੍ਹਾ ਡਿਫਰੈਂਟ ਹੈ, ਤਾਂ ਕਰਕੇ ਪੁੱਛਿਆ ਜਾ ਸਕਦਾ। ਇਨ ਕਰੰਟ ਕੈਰਿੰਗ ਕੰਡਕਟਰ ਦਾ ਰੇਸ਼ੋ ਆਫ ਇਲੈਕਟ੍ਰਿਕ ਫੀਲਡ ਐਂਡ ਇਲੈਕਟ੍ਰਿਕ ਕਰੰਟ ਡੈਂਸਿਟੀ ਐਟ ਪੁਆਇੰਟ ਇਸ ਕਾਰਡ। ਇਹਨਾਂ ਦੋਨਾਂ ਦੀ ਰੇਸ਼ੋ ਜਿਹੜੀ ਹੋਏਗੀ, ਕਿਹਦੀ ਰੇਸ਼ੋ ਹੋਏਗੀ, ਇਲੈਕਟ੍ਰਿਕ ਫੀਲਡ ਅਤੇ ਇਲੈਕਟ੍ਰਿਕ ਕਰੰਟ ਡੈਂਸਿਟੀ ਦੀ ਇੱਕ ਪੁਆਇੰਟ ਦੇ ਉੱਪਰ ਸਾਨੂੰ ਕੀ ਦੇਗੀ। ਸਾਨੂੰ ਪਤਾ ਹੈ ਫਾਰਮੂਲਾ ਕੀ ਸੀ, E ਇਜ਼ ਇਕੁਅਲਸ ਟੂ J ਇੰਟੂ ਰੋ। ਅਗਰ ਮੈਂ ਧਿਆਨ ਨਾਲ ਦੇਖਾਂ, ਮੈਨੂੰ ਕੀ E ਡਿਵਾਈਡਡ ਬਾਏ J ਕੀ ਦੇ ਦੇਗੀ, ਮੈਨੂੰ ਰੋ ਦੇ ਦੇਗੀ। ਤਾਂ ਆਂਸਰ ਕੀ ਆ ਜਾਏਗਾ ਰੈਜ਼ਿਸਟਿਵਿਟੀ। ਨੈਕਸਟ ਕੀ ਹੈ, ਰੈਜ਼ਿਸਟਿਵਿਟੀ ਆਫ ਵਾਇਰ ਡਿਪੈਂਡਸ ਔਨ। ਅਗੇਨ ਕੁਐਸਚਨ ਪੁੱਛ ਲਿਆ, ਤੁਸੀਂ ਆਪਣੇ ਆਪ ਆਂਸਰ ਦੇ ਸਕਦੇ। 18th ਆਂਸਰ ਕੀ ਆ ਜਾਏਗਾ ਸਾਡੇ ਕੋਲ ਇਹ। SI ਯੂਨਿਟ ਆਫ ਕੰਡਕਟਿਵਿਟੀ। SI ਯੂਨਿਟ ਆਫ ਕੰਡਕਟਿਵਿਟੀ ਅਸੀਂ ਅਗਰ ਦੇਖੀਏ ਤਾਂ ਕੀ ਹੋ ਸਕਦੇ, ਕੰਡਕਟਿਵਿਟੀ ਇਜ਼ ਰਿਵਰਸ ਆਫ ਰੈਜ਼ਿਸਟਿਵਿਟੀ। ਤੋਂ ਇਹ ਕੀ ਆ ਜਾਏਗਾ MHO ਪਰ ਮੀਟਰ, ਮਹੂ ਪਰ ਮੀਟਰ ਕਹਿ ਸਕਦੇ ਤੁਸੀਂ ਇਹਨੂੰ। ਨੈਕਸਟ ਕੁਐਸਚਨ ਹੈ, ਨੈਕਸਟ ਕੀ ਹੈ, ਇਲੈਕਟ੍ਰਿਕ ਕਰੰਟ ਇਜ਼। ਸਾਨੂੰ ਪਤਾ ਹੈ ਕਿ ਜਿਹੜਾ ਇਲੈਕਟ੍ਰਿਕ ਕਰੰਟ ਹੈ ਉਹਨੂੰ ਅਸੀਂ ਐਡ ਕਰ ਸਕਦੇ ਹਾਂ, ਇਸ ਕਰਕੇ ਕਿਉਂਕਿ ਇਹ ਸਕੇਲਰ ਕੁਆਂਟਿਟੀ ਐਡੀਟਿਵ ਨੇਚਰ ਹੁੰਦਾ, ਠੀਕ ਹੈ। 21 ਦੇਖ ਲੈਂਦੇ ਹਾਂ। ਇਨ ਇਲੈਕਟ੍ਰੋਲਾਈਟ ਦਾ ਕਰੰਟ ਇਜ਼ ਡਿਊ ਟੂ।
ਜਿਹੜਾ ਇਲੈਕਟ੍ਰੋਲਾਈਟ ਹੈ ਉਹਦੇ 'ਚ ਕਰੰਟ ਕਿਸ ਕਰਕੇ ਹੁੰਦਾ, ਮੋਸ਼ਨ ਆਫ ਬੋਥ ਪੋਜ਼ੀਟਿਵ ਐਂਡ ਨੈਗੇਟਿਵ ਆਇਨਸ ਕਰਕੇ, ਕਿਉਂਕਿ ਉਹਦੇ 'ਚ ਦੋਨੇ ਆਇਨਸ ਜਿਹੜੇ ਉਹ ਫਲੋ ਕਰਦੇ ਨੇ। ਨੈਕਸਟ ਕੁਐਸਚਨ ਕੀ ਹੈ 22 ਹੈ, ਓਮਸ ਲਾਅ ਇਜ਼ ਨਾਟ ਐਪਲੀਕੇਬਲ। ਸਾਨੂੰ ਪਤਾ ਓਮਸ ਲਾਅ ਕਿਹਨਾਂ ਲਈ ਐਪਲੀਕੇਬਲ ਨਹੀਂ ਹੈਗਾ, ਇਹ ਸਾਰਿਆਂ ਲਈ ਓਮ ਲਾਅ ਐਪਲੀਕੇਬਲ ਨਹੀਂ ਹੈਗਾ। ਓਮ ਲਾਅ ਐਪਲੀਕੇਬਲ ਕਿਹਨਾਂ ਲਈ ਹੈਗਾ, ਸਿਰਫ ਤੇ ਸਿਰਫ ਮੈਟਲਸ ਜਾਂ ਕੰਡਕਟਰਸ ਲਈ। ਸੋ ਆਨਸਰ ਕੀ ਆ ਜਾਏਗਾ ਆਲ ਅਬਾਵ। ਨੈਕਸਟ ਕੁਐਸਚਨ ਦੇਖ ਲੈਂਦੇ। ਨੈਕਸਟ ਕੁਐਸਚਨ ਇਜ਼ 23 ਮੈਟਲਸ ਹੈਵ। ਹੁਣ ਅਗਲਾ ਕੁਐਸਚਨ ਕੀ ਹੈਗਾ, ਮੈਟਲਸ ਹੈਵ, ਮੈਟਲਸ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਕੀ ਹੁੰਦਾ, ਸਾਨੂੰ ਪਤਾ ਕਿ ਮੈਟਲ ਆਰ ਗੁੱਡ ਕੰਡਕਟਰ। ਸੋ ਸਾਡਾ ਆਨਸਰ ਕੀ ਆ ਜਾਏਗਾ, ਉਹਨਾਂ ਦੀ ਰੈਜ਼ਿਸਟਿਵਿਟੀ ਕੀ ਹੋਏਗੀ, ਘੱਟ ਜਾਏਗੀ। ਨੈਕਸਟ ਕੁਐਸਚਨ ਕੀ ਹੈ, ਨੈਕਸਟ ਕੁਐਸਚਨ ਹੈ ਦ ਡ੍ਰਿਫਟ ਵੈਲੋਸਿਟੀ ਡਜ਼ ਨਾਟ ਡਿਪੈਂਡ। ਅਗਰ ਤੁਸੀਂ ਡ੍ਰਿਫਟ ਵੈਲੋਸਿਟੀ ਦਾ ਫਾਰਮੂਲਾ ਤੁਸੀਂ ਯਾਦ ਕੀਤਾ ਹੋਇਆ ਤੁਹਾਨੂੰ ਪਤਾ ਹੋਏਗਾ ਇਹਦਾ ਆਨਸਰ ਕੀ ਆਏਗਾ, ਲੈਂਥ ਆਫ ਦੀ ਵਾਇਰ। ਠੀਕ ਹੈ, ਉਹਦੇ ਵਿੱਚ ਲੈਂਥ ਕਿਤੇ ਵੀ ਮੈਂਸ਼ਨ ਨਹੀਂ ਹੁੰਦੀ। ਨੈਕਸਟ ਕੁਐਸਚਨ ਕੀ ਹੈ, ਨੈਕਸਟ ਕੁਐਸਚਨ ਹੈ ਦ ਅਲੋਏ ਕਨਸਟੈਂਟਨ ਐਂਡ ਮੈਗਨੀਨ ਆਰ ਯੂਜ਼ ਟੂ ਮੇਕ ਦ ਸਟੈਂਡਰਡ ਰੈਜ਼ਿਸਟੈਂਸ ਕੋਇਲ ਬਿਕੋਜ਼ ਦੇ ਹੈਵ। ਇਹ ਯੂਜ਼ ਕਿਉਂ ਕਰਦੇ ਇਹਨਾਂ ਨੂੰ, ਆਪਾਂ ਇਹਨਾਂ ਨੂੰ ਇਸ ਲਈ ਯੂਜ਼ ਕਰਦੇ ਆ, ਇਹਨਾਂ ਨੂੰ ਆਪਾਂ ਇਸ ਲਈ ਯੂਜ਼ ਕਰਦੇ ਆ ਕਿਉਂਕਿ ਇਹਨਾਂ ਦੇ ਕੋਲ ਕੀ ਹੁੰਦਾ, ਪਹਿਲਾਂ ਤਾਂ ਲੋ ਟੈਂਪਰੇਚਰ ਕੋਫੀਸ਼ੀਐਂਟ ਤਾਂ ਆਉਣਾ ਹੀ ਆਉਣਾ ਹੈ, ਅਤੇ ਨਾਲ ਕੀ ਆਉਣਾ ਇਹਨਾਂ ਦੀ ਹਾਈ ਰੈਜ਼ਿਸਟਿਵਿਟੀ ਹੁੰਦੀ ਹੈ। ਤਾਂ ਆਨਸਰ ਕੀ ਆ ਜਾਏਗਾ ਡੀ। ਨੈਕਸਟ ਕੁਐਸਚਨ ਕੀ ਹੈ, ਡ੍ਰਿਫਟ ਵੈਲੋਸਿਟੀ ਵੇਰੀਜ਼ ਵਿਦ ਦ ਇੰਟੈਂਸਿਟੀ ਆਫ ਇਲੈਕਟ੍ਰਿਕ ਫੀਲਡ ਐਜ਼ ਪਰ ਰਿਲੇਸ਼ਨ। ਜਿਹੜੀ ਡ੍ਰਿਫਟ ਵੈਲੋਸਿਟੀ ਹੈ ਉਹ ਡ੍ਰਿਫਟ ਵੈਲੋਸਿਟੀ ਅਤੇ ਸਾਡੇ ਕੋਲ ਇਲੈਕਟ੍ਰਿਕ ਫੀਲਡ ਦਾ ਜਿਹੜਾ ਰਿਲੇਸ਼ਨ ਹੁੰਦਾ ਹੈ ਉਹਦੇ 'ਚ ਕੀ ਹੁੰਦਾ ਹੈ ਕਿ ਡ੍ਰਿਫਟ ਵੈਲੋਸਿਟੀ ਡਾਇਰੈਕਟਲੀ ਪ੍ਰੋਪੋਰਸ਼ਨਲ ਉਹਦਾ ਇਲੈਕਟ੍ਰਿਕ ਫੀਲਡ ਹੁੰਦੀ ਹੈ। ਨੈਕਸਟ ਕੁਐਸਚਨ ਕੀ ਹੈ, ਵੈਨ ਇਲੈਕਟ੍ਰਿਕ ਫੀਲਡ ਇਜ਼ ਅਪਲਾਈਡ ਔਨ ਦਾ ਐਂਡ ਆਫ ਦਾ ਕੰਡਕਟਰ ਦਾ ਫ੍ਰੀ ਇਲੈਕਟ੍ਰੋਨ ਸਟਾਰਟ ਮੂਵਿੰਗ ਇਨ ਦਾ ਡਾਇਰੈਕਸ਼ਨ। ਸਾਨੂੰ ਪਤਾ ਹੈ ਕਿ ਇਹ ਕਿੱਧਰ ਨੂੰ ਮੂਵ ਕਰਦੇ ਆ, ਅਪੋਜ਼ਿਟ ਟੂ ਦਾ ਡਾਇਰੈਕਸ਼ਨ, ਕਿਉਂਕਿ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ ਪੋਜ਼ੀਟਿਵ ਟੂ ਨੈਗੇਟਿਵ ਹੁੰਦੀ ਹੈ, ਇਲੈਕਟ੍ਰੋਨ ਜਿਹੜੇ ਹੁੰਦੇ ਨੈਗੇਟਿਵ ਟੂ ਪੋਜ਼ੀਟਿਵ ਮੂਵ ਕਰਦੇ ਆ। ਵਿਚ ਆਫ ਦਾ ਫੋਲੋਇੰਗ ਡਿਵਾਈਸਿਸ ਰਿਪਰੈਜ਼ੈਂਟ ਨੋਨ ਓਮਿਕ ਡਿਵਾਈਸਿਸ। ਕਿਹੜੇ ਡਿਵਾਈਸਿਸ ਨੋਨ ਓਮਿਕ ਡਿਵਾਈਸਿਸ ਹੁੰਦੇ ਆ, ਮੈਂ ਆਲਰੇਡੀ ਡਿਸਕਸ ਕਰ ਚੁੱਕਾ ਕਿ ਮੈਟਲ ਅਤੇ ਕੰਡਕਟਰਸ ਤੋਂ ਇਲਾਵਾ ਸਾਰੇ ਸਾਡੇ ਕੋਲ ਕੀ ਹੁੰਦੇ ਆ, ਇਹ ਸਾਰੇ ਕੀ ਹੋਣਗੇ, ਨੋਨ ਓਮਿਕ ਹੋਣਗੇ। ਦ ਰੈਜ਼ਿਸਟਿਵਿਟੀ ਆਫ ਵਾਇਰ ਡਿਪੈਂਡਸ ਅਪੋਨ, ਸਾਨੂੰ ਅਗੇਨ ਪੁੱਛ ਲਿਆ ਕੁਐਸਚਨ, ਸਾਨੂੰ ਪਤਾ ਹੈ ਕਿ ਇਹ ਕਾਹਤੇ ਡਿਪੈਂਡ ਕਰਦੀ ਹੈ, ਮਟੀਰੀਅਲ 'ਤੇ ਡਿਪੈਂਡ ਕਰਦੀ ਹੈ, ਨਾ ਸ਼ੇਪ 'ਤੇ, ਨਾ ਲੈਂਥ, ਨਾ ਏਰੀਆ ਆਫ ਕ੍ਰੋਸ ਸੈਕਸ਼ਨ 'ਤੇ। ਨੈਕਸਟ ਕੁਐਸਚਨ ਕੀ ਹੈ, ਨੈਕਸਟ ਕੁਐਸਚਨ ਹੈਗਾ ਆ ਸਾਡੇ ਕੋਲ 30th ਵਨ, ਰੈਜ਼ਿਸਟਿਵਿਟੀ ਆਫ ਸੁਪਰ ਕੰਡਕਟਰ। ਸਾਨੂੰ ਪਤਾ ਹੈ ਕਿ ਜੇ ਕੋਈ ਚੀਜ਼ ਸੁਪਰ ਕੰਡਕਟਰ ਹੈ ਉਹਦੇ 'ਚ ਰੈਜ਼ਿਸਟਿਵਿਟੀ ਕੀ ਹੋਏਗੀ, ਜ਼ੀਰੋ ਹੋਏਗੀ। ਤਾਂ ਆਨਸਰ ਆ ਜਾਏਗਾ ਜ਼ੀਰੋ। ਦ ਇੰਟਰਨਲ ਰੈਜ਼ਿਸਟੈਂਸ ਆਫ ਦਾ ਸੈੱਲ ਆਫ ਅ ਰੈਜ਼ਿਸਟੈਂਸ ਇਜ਼। ਠੀਕ ਹੈ, ਇੰਟਰਨਲ ਰੈਜ਼ਿਸਟੈਂਸ ਦੇਖਣੀ ਹੈ ਸੈੱਲ ਦੀ, ਤਾਂ ਉਹ ਸਾਡੇ ਕੋਲ ਕੀ ਆ ਜਾਏਗੀ, ਕਾਹਤੇ ਡਿਪੈਂਡ ਕਰ ਰਹੀ ਹੈ, ਇਲੈਕਟ੍ਰੋਲਾਈਟ ਯੂਜ਼ਡ ਇਨ ਅ ਸੈੱਲ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ, ਕਿਰਚੌਫਸ ਰੂਲਸ ਫਸਟ ਐਂਡ ਸੈਕਿੰਡ ਲਾਅ ਆਫ ਕਰੰਟ ਪ੍ਰੂਵ ਦਾ। ਕੀ ਪ੍ਰੂਵ ਕਰਦੇ ਸਾਨੂੰ ਪਤਾ ਹੀ ਹੈ, ਉਹਦੇ 'ਚ ਦੱਸਣ ਦੀ ਲੋੜ ਨਹੀਂ। ਪਹਿਲਾ ਪ੍ਰੂਵ ਕਰ ਰਿਹਾ ਕੰਜ਼ਰਵੇਸ਼ਨ ਆਫ ਚਾਰਜ, ਦੂਸਰਾ ਕੀ ਕਰ ਰਿਹਾ ਐਨਰਜੀ ਨੂੰ ਪ੍ਰੂਵ। ਨੈਕਸਟ ਕੁਐਸਚਨ ਦੇਖ ਲੈਂਦੇ। ਨੈਕਸਟ ਕੁਐਸਚਨ ਹੈ 33 ਕੁਐਸਚਨ ਕੀ ਹੈ ਸਾਡੇ ਕੋਲ, ਦ ਲੈਂਥ ਐਂਡ ਏਰੀਆ ਆਫ ਕ੍ਰੋਸ ਸੈਕਸ਼ਨ ਆਫ ਮੈਟਲ ਵਾਇਰ ਇਜ਼ ਡਬਲ। ਠੀਕ ਹੈ, ਦੈਨ ਚੇਂਜ ਇਨ ਦਾ ਰੈਜ਼ਿਸਟੈਂਸ। ਵੀ ਦੇਖੋ ਰੈਜ਼ਿਸਟੈਂਸ ਲੈਂਥ ਅਤੇ ਏਰੀਆ ਆਫ ਕ੍ਰੋਸ ਸੈਕਸ਼ਨ ਦੋਨਾਂ 'ਤੇ ਡਿਪੈਂਡ ਕਰਦੀ ਹੈ। ਅਗਰ ਮੈਂ ਇਹਨਾਂ ਨੂੰ ਕੀ ਕਰਾਂਗਾ, ਚੇਂਜ ਕਰਾਂਗਾ ਤਾਂ ਰੈਜ਼ਿਸਟੈਂਸ ਵੀ ਚੇਂਜ ਹੋਣੀ, ਬਟ ਆਪਣੇ ਕੁਐਸਚਨ ਦੇ ਵਿੱਚ ਦੋਨਾਂ ਨੂੰ ਕੀ ਕਰ ਰਿਹਾ, ਉਹ ਡਬਲ ਕਰ ਰਿਹਾ, ਉਸ ਕਰਕੇ ਉਹਦੇ 'ਚ ਜ਼ਿਆਦਾ ਫਰਕ ਨਹੀਂ ਪੈ ਰਿਹਾ। ਕਿਉਂ ਨਹੀਂ ਪੈ ਰਿਹਾ, ਕਿਉਂਕਿ ਸਾਨੂੰ ਪਤਾ ਰੈਜ਼ਿਸਟੈਂਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਲੈਂਥ ਐਂਡ ਇਨਵਰਸਲੀ ਪ੍ਰੋਪੋਰਸ਼ਨਲ ਟੂ ਏਰੀਆ। ਉਹ ਕਹਿੰਦੇ ਦੋਨਾਂ ਨੂੰ ਡਬਲ ਕਰ ਦੇਗਾ, 2 ਨਾਲ 2 ਕੈਂਸਲ ਹੋ ਜਾਏਗਾ, ਤਾਂ ਕਰਕੇ ਇੱਥੇ ਕੋਈ ਵੀ ਫਰਕ ਨਹੀਂ ਪੈ ਰਿਹਾ, ਇਸ ਕਰਕੇ ਨੋ ਚੇਂਜ ਆਨਸਰ ਆ ਜਾਏਗਾ ਸਾਡੇ ਕੋਲ। ਆਨਸਰ ਕੀ ਆਏਗਾ, ਨੋ ਚੇਂਜ। ਨੈਕਸਟ ਕੁਐਸਚਨ ਕੀ ਹੈ, ਦ ਇਲੈਕਟ੍ਰੀਕਲ ਰੈਜ਼ਿਸਟੈਂਸ ਆਫ ਮੈਟਲਸ। ਠੀਕ ਹੈ, ਜਿਹੜੀ ਇਲੈਕਟ੍ਰੀਕਲ ਰੈਜ਼ਿਸਟੈਂਸ ਹੈ ਕਿਸੇ ਦੀ ਮੈਟਲਸ ਦੀ, ਉਹ ਅਸੀਂ ਦੱਸਣੀ ਹੈ ਕੀ ਹੋ ਜਾਏਗਾ, ਇੰਕਰੀਜ਼ ਵਿਦ ਐਨ ਇੰਕਰੀਜ਼ ਇਨ ਟੈਂਪਰੇਚਰ। ਸਾਨੂੰ ਪਤਾ ਹੀ ਹੈ ਕਿਉਂਕਿ ਇਹ ਇੰਕਰੀਜ਼ ਹੁੰਦੀ ਹੈ ਹਮੇਸ਼ਾ ਇੰਕਰੀਜ਼ ਇਨ ਟੈਂਪਰੇਚਰ। ਨੈਕਸਟ ਕੁਐਸਚਨ ਕੀ ਆ, ਆਈਡੈਂਟੀਫਾਈ ਦਾ ਮਟੀਰੀਅਲ ਕਾਮਨਲੀ ਯੂਜ਼ਡ ਟੂ ਮੇਕਿੰਗ ਅ ਕੋਇਲ ਰੈਜ਼ਿਸਟੈਂਸ ਬਾਕਸ। ਆਪਾਂ ਆਈਡੈਂਟੀਫਾਈ ਕਰਨਾ ਹੈ ਮਟੀਰੀਅਲ, ਅਤੇ ਇਹਨਾਂ ਵਿੱਚ ਜਿਹੜਾ ਆਪਸ਼ਨ ਆਏਗਾ ਸਾਡਾ ਦੈਟ ਇਜ਼ ਦੀ ਸੀ ਆਪਸ਼ਨ, ਮੈਗਨੀ। ਠੀਕ ਹੈ, ਦ ਰੈਜ਼ਿਸਟੈਂਸ ਆਫ ਕੰਡਕਟਰ ਇਨਕਰੀਜ਼ਿਜ਼ ਵਿੱਚ। ਅਗਰ ਰੈਜ਼ਿਸਟੈਂਸ ਦੀ ਗੱਲ ਕਰੀਏ ਕਿ ਰੈਜ਼ਿਸਟੈਂਸ ਕਿੱਦਾਂ ਇਨਕਰੀਜ਼ ਕਰਦੀ ਹੈ, ਲੈਂਥ ਇਨਕਰੀਜ਼ ਕਰਨਾ ਵੀ ਕਰਦੀ ਹੈ, ਏਰੀਆ ਡਿਕਰੀਜ਼ ਕਰਨਾ ਵੀ ਕਰਦੀ ਹੈ, ਅਤੇ ਇਨਕਰੀਜ਼ ਇਨ ਟੈਂਪਰੇਚਰ ਕਰਨਾ ਵੀ ਸਾਡੇ ਕੋਲ ਜਿਹੜੀ ਰੈਜ਼ਿਸਟੈਂਸ ਹੈ ਉਹ ਇਨਕਰੀਜ਼ ਕਰਦੀ ਹੈ। ਤਾਂ ਉਹਦਾ ਆਨਸਰ ਕੀ ਆ ਜਾਏਗਾ, ਆਲ ਆਫ ਦਿਸ। ਆਲ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟੂ ਐਕਸੈਪਟ। ਅਸੀਂ ਫੋਲਸ ਲੱਭਣੀ ਹੈ, ਇਹਦੇ ਵਿੱਚੋਂ ਕਿਹੜੀ ਫੋਲਸ ਹੈਗੀ ਹੈ ਉਹ ਸਟੇਟਮੈਂਟ ਅਸੀਂ ਲੱਭਣੀ ਹੈ। ਕੰਡਕਟੈਂਸ ਇਜ਼ ਰੈਸੀਪ੍ਰੋਕਲ ਆਫ ਰੈਜ਼ਿਸਟੈਂਸ ਐਂਡ ਇਜ਼ ਮੇਜਰਡ ਇਨ ਅ ਸੀਮਨ। ਸੋ ਇਹ ਤਾਂ ਟਰੂ ਹੈ। ਓਮਸ ਲਾਅ ਇਜ਼ ਐਪਲੀਕੇਬਲ ਟੂ ਸੈਮੀ ਕੰਡਕਟਰ, ਦਿਸ ਇਜ਼ ਫੋਲਸ ਸਟੇਟਮੈਂਟ। ਸੋ ਆਨਸਰ ਕੀ ਆ ਜਾਏਗਾ ਵੀ, ਬਾਕੀ ਆਪਸ਼ਨ ਦੇਖਣ ਦੀ ਲੋੜ ਨਹੀਂ। ਦਾ ਨੈਕਸਟ ਕੁਐਸਚਨ ਕੀ ਹੈ 38
दैट इज़ दी द रिलैक्सेशन टाइम इन कंडक्टर। अगर रिलैक्सेशन टाइम देखिए कंडक्टर ਦੇ ਵਿੱਚ ਕੀ ਹੁੰਦਾ ਹੈ, ਇਨਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ ਨਹੀਂ, ਡਿਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ ਹਾਂ ਇਹ ਟਰੂ ਹੈ, ਕਿਉਂਕਿ ਉਹਦੇ 'ਚ ਉਹਨੂੰ ਇਲੈਕਟ੍ਰੋਨਸ ਨੂੰ कि अगर जितनी ज़्यादा एनर्जी मिलेगी उतनी ज़्यादा वो क्लूजन्स करेगा, तो रिलैक्सेशन टाइम घटेगा। द ग्राफ बिटवीन द रेजिस्टिविटी एंड टेम्परेचर फॉर द लिमिटेड रेंज ऑफ टेम्परेचर ऑफ अ स्ट्रेट लाइन ऑफ अ मटीरियल लाइक, किस तरह के मटीरियल का साढ़े को स्ट्रेट लाइन ग्राफ आएगा। सो आंसर क्या आ जाएगा, निक्रोम का। नैक्सट क्वेश्चन क्या, वायर्स मेड ऑफ आयरन एंड सिलिकॉन इज़ कूल्ड फ्रॉम अ 50 to 30 डिग्री सेल्सियस। तो ਇਹਦਾ ਦੱਸਣਾ ਹੈ ਕਿ ਕੀ ਹੋਏਗੀ, ਰੈਜ਼ਿਸਟੈਂਸ 'ਤੇ ਕੀ फ़र्क ਪਏਗਾ। ਸਾਡੇ ਕੋਲ ਰੈਜ਼ਿਸਟੈਂਸ ਇਨ ਬੋਥ ਵਾਇਰਸ ਡਿਕਰੀਜ਼ਿਸ ਨਹੀਂ, ਰੈਜ਼ਿਸਟੈਂਸ ਇਨ ਬੋਥ ਵਾਇਰਸ ਇਨਕਰੀਜ਼ਿਸ। ਇਹਦੀ ਪੋਸੀਬਿਲਿਟੀ ਹੈ resistance of iron increases that silicon decreases, the resistance of iron decreases that silicon increases। ਹੁਣ ਅਗਰ ਅਸੀਂ ਦੇਖੀਏ ਇਹਨਾਂ ਵਿੱਚੋਂ ਜਿਹੜਾ ਗੁੱਡ ਕੰਡਕਟਰ ਹੈ ਉਹਦੀ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ, ਜਿਹੜਾ ਮੋਡਰੇਟ ਹੈ ਤਾਂ ਉਹਦੀ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ, ਜਾਂ ਸੈਮੀ ਕੰਡਕਟਰ ਹੈ ਜਿਹੜਾ ਉਹਦੀ ਕੀ ਹੋ ਜਾਏਗੀ, ਇਨਕਰੀਜ਼ ਹੋ ਜਾਏਗੀ। ਤਾਂ ਇਹਦਾ ਆਂਸਰ ਕੀ ਆਏਗਾ, ਡੀ ਆਪਸ਼ਨ, ਰੈਜ਼ਿਸਟੈਂਸ ਆਫ ਆਇਰਨ ਡਿਕਰੀਜ਼ਿਸ ਐਂਡ silicon increases। नेक्स्ट क्वेश्चन की है, ऑन इंक्रीजिंग द टेम्परेचर ऑफ कंडक्टर द रेजिस्टेंस इंक्रीजेज बिकॉज। क्यों इंक्रीज हो जाती है, ये बड़ा इंपॉर्टेंट क्वेश्चन है। क्यों हो जाती है आप ऑलरेडी डिस्कस कर चुके हैं कि रिलैक्सेशन टाइम की कर देना डिक्रीज हो जाता है। ठीक है, द रजिस्टिविटी ऑफ मैटल कंडक्टर इंक्रीजेज विद, रजिस्टिविटी जी है मैटल कंडक्टर की इंक्रीज किद्दां होंदी है, डिक्रीज इन लेंथ, इंक्रीज इन टैंपरेचर, इंक्रीज इन क्रॉस सैक्शन, ऑल ऑफ दी अबव। सानू पता है सिर्फ तो सिर्फ रजिस्टिविटी जी है वो टैंपरेचर डिपेंड कर रही है इन्होंने सारिया चो, तो आंसर क्या आ जाएगा, टैंपरेचर। नैक्सट क्वेश्चन देख लेंगे। नैक्सट क्वेश्चन किहड़ा है साढ़े 43 है, टू ड्रॉ द मैक्सिमम करंट फ्रॉम द कॉम्बीनेशन ऑफ सैल हाउ शुड बी द इट शुड ग्रुप। ठीक है, करंट मैक्सिमम लिए किहड़ी कंडीशन सानू चाहिए है वो पूछ रहा है। अगर असी सैल ज्वाइन किए तो सैल ज्वाइन करने लई सानू पता लगता है कि जे इंटरनल रजिस्टेंस तो एक्सटर्नल रजिस्टेंस किदां दी है, ਇਹਦਾ मतलब ਕੀ ਹੋਏਗਾ, ਅਸੀਂ ਫਿਰ ਉਹਨਾਂ ਨੂੰ ਜੋੜ ਸਕਦੇ ਹਾਂ। तो ਇਹਦਾ मतलब है कि ਸਾਡੇ ਕੋਲ ਆਂਸਰ ਕੀ ਹੈਗਾ, डिपेंड ऑन रिलेटिव वैल्यूज़ ऑफ एक्सटर्नल एंड इंटरनल रजिस्टेंस। विच ऑफ द फॉलोइंग स्टेटमेंट इज़ फॉल्स, फॉल्स लभनी है किहड़ी है बई। ठीक है जी, तो नैक्सट क्वेश्चन की है, फॉल्स स्टेटमेंट लभो। पहली स्टेटमेंट है, रियोस्टैट कैन बी यूज्ड पोटेंशियल डिवाइडर, पोटेंशियोमीटर की तरह यूज़ कर सकते हाँ। किरचॉफ सेकंड लॉ रिप्रेजेंट एनर्जी कंजर्वेशन, ये भी ट्रू है। व्हीटस्टोन ब्रिज इज मोस्ट सेंसिटिव व्हेन ऑल द फोर रेजिस्टेंस, ये भी ट्रू है। एंड लास्ट वन इज इन बैलेंस व्हीटस्टोन ब्रिज इफ द सेल ऑफ गैल्वेनोमीटर एक्सचेंज द नल पॉइंट इज डिस्टर्ब, ये फॉल्स है, ये कभी डिस्टर्ब नहीं होंगे नल पॉइंट के उपर। इन केस ऑफ इंसुलेटर एज द टैंपरेचर डिक्रीजेज रजिस्टिविटी इंसुलेटर के केसिस दे विच बच्चे एक क्वेश्चन तुहानूं इदां दा पुछया जाना है, जां इंसुलेटर मैटल जां सैमी कंडक्टर के बेसिस के उपर रजिस्टिविटी कन्फर्म है आनी है तुहानूं। ठीक है, तो आंसर क्या आ जाएगा, बी इंक्रीजेस। नैक्सट की है, इन चार्जिंग आ बैटरी ऑफ मोटर कार विच ऑलरेडी आप डिस्कस कर चुके हैं किहड़ा यूज़ करते आप, दैट इज़ दी सी। नैक्सट क्वेश्चन की है, विच ऑफ द फॉलोइंग स्टेटमेंट इज़ करैक्ट। असी दसनी है कि विच ऑफ द फॉलोइंग स्टेटमेंट इज़ करैक्ट, करैक्ट स्टेटमेंट किहड़ी हैगी है वो असी दसनी है। नैक्सट इज़ इलैक्ट्रिक फील्ड इज़ जीरो ऑन द सरफेस ऑफ करंट कैरिंग वायर, ये फॉल्स है। इदा नहीं होंगे कि सरफेस ते साढ़े कोल क्या आ जाए, इलैक्ट्रिक फील्ड जीरो आ जाए। इलैक्ट्रिक फील्ड इज़ नॉन जीरो ऑन द एक्सिस ऑफ द हॉलो करंट कैरिंग वायर्स, नहीं, अंदर इलैक्ट्रिक फील्ड साढ़े कोल जीरो होंगी है। सरफेस इंटैग्रल ऑफ द मैग्नैटिक फील्ड एट एनी क्लोज सरफेस इज इक्वल्स टू द म्यू नॉट टाइम्स एंड टोटल अलजेब्रिक सम ऑफ द इलैक्ट्रिक करंट विच आर क्रॉसिंग थ्रू द क्लोज सरफेस। सो साढ़े कोल ये जी स्टेटमेंट है गॉस की स्टेटमेंट है, दैट इज़ ट्रू ऑल्सो। सो दैट इज़ गॉस लॉ इन मैग्नैटिक फील्ड भी कह सकते हो तुसी। इन इलैक्ट्रिक सर्किट ਜਾਂ ਤੁਸੀਂ ਬਾਇਟ ਸੈਵਰਟਸ ਲੋ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ, जिस तरह चाहो उस तरह मैग्नैटिक फील्ड की एडजस्टमेंट करके असी ये वैल्यू साड़ी सैटिस्फाई हो रही है। इन एन इलैक्ट्रिक सर्किट द डायरैक्शन ऑफ फ्लो ऑफ करंट, असी दसनी है कि इलैक्ट्रिक सर्किट के डायरैक्शन ऑफ फ्लो ऑफ करंट जिहड़ा हुंदा वो कित्थे हुंदी है, सानू पता है कि हाई पोटेंशियल टू लो पोटेंशियल जाता है करंट, तो आंसर आ जाएगा बी। नैक्सट की अ स्टडी करंट आई इज फ्लोज थ्रू द कंडक्टर ऑफ अ यूनीफॉर्म क्रॉस सैक्शन एनी सैगमेंट ऑफ द करंट हैज़। ठीक है, असी दसना है कि एक ਜਿਹੜਾ ਸੈਗਮੈਂਟ ਹੈ ਉੱਥੇ ਸਾਡੇ ਕੋਲ ਕੀ ਆਏਗਾ, जीरो चार्ज भी हो सकता है।
ਨੈਕਸਟ ਕੀ ਹੈ, ਕੰਡਕਟਿਵਿਟੀ ਇਨਕਰੀਜ਼ਿਸ ਇਨ ਆਰਡਰ ਆਫ। ਅਗਰ ਇਹ ਸਾਰਿਆਂ ਨੂੰ ਦੇਖਿਆ ਜਾਵੇ, ਇਹਨਾਂ ਵਿੱਚੋਂ ਕੰਡਕਟਿਵਿਟੀ ਜਿਹੜੀ ਹੈ ਇਨਕਰੀਜ਼ ਹੋ ਰਹੀ ਹੈ ਕਿ ਕਿਹਨਾਂ ਦੇ, ਕਿਹੜਾ ਜਿਹੜਾ ਆਪਸ਼ਨ ਹੈ ਜਿਹੜਾ ਟਰੂ ਹੈਗਾ ਸਾਡੇ ਲਈ, ਅਸੀਂ ਉਹ ਦੱਸਣਾ ਹੈਗਾ। ਤੋ 50th ਦਾ ਅਗਰ ਮੈਂ ਧਿਆਨ ਨਾਲ ਦੇਖਾਂ, ਐਲੂਮੀਨੀਅਮ, ਫਿਰ ਕਾਪਰ, ਫਿਰ ਸਿਲਵਰ। तो अगर ये ऑप्शन है, हाँ है, दिस इज़ ऑप्शन बी। नेक्स्ट की है, एन एक्सटर्नल रेजिस्टेंस आर इज कनेक्टेड टू अ सेल ऑफ इंटरनल रेजिस्टेंस आर, मैक्सिमम करंट फ्लोज इन द एक्सटर्नल रेजिस्टेंस विल बी। कदों मैक्सिमम करंट फ्लो करेगा, जो आर कनैक्ट कर दी सैल के नाल। तो यदा आंसर साढ़े को आगे आ जाएगा जो आर इज इक्वल्स टू आर हो जाए। नेक्स्ट की है, नेक्स्ट है 52 क्वेश्चन, ओम्स लॉ इज ट्रू फॉर। ਅਸੀਂ ਦੱਸਣਾ ਓਮਸ ਲॉ ਕਿਹਨਾਂ ਲਈ ਟਰੂ ਹੈਗਾ। ਮੈਂ ਆਲਰੇਡੀ ਡਿਸਕਸ ਕਰ ਚੁੱਕਾ, ਓਮਸ ਲॉ ਇਜ਼ ਟਰੂ ਫॉर ਦੀ ਕੰਡਕਟਰਸ ਓਨਲੀ। तो ਇਹਦਾ ਆंसर क्या जाएगा, बी। टू कॉपर वायर्स हैव अ लेंथ 1:2, रेडियाई 1:2, वट इज़ द रेशियो ऑफ देयर रजिस्टिविटी। ਹੁਣ ਅਗਰ ਇਸ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਰਜਿਸਟਿਵਿਟੀ ਮੈਂ ਤੁਹਾਨੂੰ ਦੱਸਿਆ ਸੀ ਨਾ ਲੈਂਥ ਦੇ ਨਾ ਏਰੀਆ ਆਫ ਕ੍ਰੋਸ ਸੈਕਸ਼ਨ 'ਤੇ ਡਿਪੈਂਡ ਕਰਦੀ, ਤਾਂ ਆਂਸਰ ਆਏਗਾ ਡੀ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦ ਫੋਲੋਇੰਗ ਕਰੈਕਟਰਿਸਟਿਕਸ ਆਫ ਦ ਇਲੈਕਟ੍ਰੋਨ ਡਿਟਰਮਾਈਨ ਦ ਕਰੰਟ ਇਨ ਦ ਕੰਡਕਟਰ। ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਆ ਜਿਹੜੀ ਸਾਨੂੰ ਕਰੰਟ ਡਿਟਰਮਾਈਨ ਕਰਕੇ ਦਿੰਦੀ ਹੈ ਸਾਨੂੰ। ਮੈਂ ਆਲਰੇਡੀ ਡਿਸਕਸ ਕਰ ਚੁੱਕਾ ਹੈ ਕੁਐਸਚਨ, ਦੈਟ ਇਜ਼ ਦ ਡ੍ਰਿਫਟ ਵੈਲੋਸਿਟੀ ਓਨਲੀ। ਨੈਕਸਟ ਕੀ ਹੈ, ਥਰੂ ਅ ਕੰਡਕਟਰ ਇਲੈਕਟ੍ਰਿਕ ਕਰੰਟ ਇਜ਼ ਥੌਟ ਟੂ ਬੀ ਮੂਵਮੈਂਟ ਆਫ। ਠੀਕ ਹੈ, ਕੰਡਕਟਰ ਦੇ ਵਿੱਚ ਅਸੀਂ ਇਲੈਕਟ੍ਰਿਕ ਕਰੰਟ ਨੂੰ ਕੀ ਮੰਨ ਕੇ ਚੱਲਦੇ ਹਾਂ, ਕਿਹਨਾਂ ਦੀ ਮੂਵਮੈਂਟ ਹੈਗੀ ਆ, ਦੈਟ ਇਜ਼ ਦੀ ਮੂਵਮੈਂਟ ਆਫ ਇਲੈਕਟ੍ਰੋਨ। ਨੈਕਸਟ ਕੀ ਹੈ, ਫਿਲ ਇਨ ਦ ਬਲੈਂਕਸ, 1 ਐਂਪੀਅਰ ਇਜ਼ ਇਕੁਅਲਸ ਟੂ ਹਾਊ ਮੈਨੀ ਸਟੈਟ ਐਂਪੀਅਰ। ਇਹ ਤੁਸੀਂ ਦੱਸਣਾ ਹੈ ਕਿੰਨਾ ਹੋਏਗਾ, ਦੈਟ ਇਜ਼ ਇਕੁਅਲਸ ਟੂ ਅ 3 × 10⁹ ठीक है जी। नेक्स्ट क्वेश्चन की, हाउ मैनी इलैक्ट्रॉन्स पासिस इन 1 सेकेंड इफ 1 एम्पीयर करंट इज गिवन। सो सानू पता है किन्ने होंगे 6.25 × 10⁸। नैक्सट क्वेश्चन है, विद एन इंक्रीज इन क्रॉस सैक्शन द रजिस्टेंस ऑफ द कंडक्टर। अगर असी क्रॉस सैक्शन इंक्रीज करते हैं तो रजिस्टेंस करंट कंडक्टर की जी होएगी वो इंक्रीज होएगी या डिक्रीज होएगी। सो आंसर क्या है साडा, बी, डिक्रीज होएगी। नैक्सट की है, नैक्सट है विच ऑफ द फॉलोइंग हैज़ अ नैगेटिव टैंपरेचर कोफिशिएंट ऑफ रेजिस्टेंस। कि नैगेटिव टैंपरेचर कोफिशिएंट ऑफ रेजिस्टेंस, ये बड़ा इंपॉर्टेंट क्वेश्चन है, ये है दैट इज़ दी जर्मेनियम। नैक्सट की है, व्हेन करंट आई इज़ मेड टू फ्लो इन अ वायर of a radius r, the drift velocity vd, if same current is passes through the radius of 2r, तो करंट की ड्रिफ्ट की वैल्यू, ड्रिफ्ट वेलोसिटी जी वैल्यू है वो की हो जाएगी साढ़े को। अगर मैं इन ध्यान रखा कि वो कह रहा है कि अगर मैं रेडियस की करता हूँ डबल करता, अगर मैं रेडियस डबल कर देना तो मेरे को ड्रिफ्ट वेलोसिटी 4 टाइम्स इंक्रीज हो जाएगी। नैक्सट की है, नैक्सट इज द अ हीटर coil is cut into a 2 equal parts, only one part is now used in a heater, then heat generated will be now। तो हुण जिहड़ी हीट होएगी वो कितनी होएगी, सानू पता है कि इसका आंसर क्या आएगा, डबल, क्योंकि रजिस्टेंस जिहड़ी है वो डिपेंड करती है ऑन द लेंथ। सो ये तुसीं आंसर ले सकते हो कि डायरैक्टली प्रोपोर्शनल होंदी है। नैक्सट की है, द स्पैसिफिक रजिस्टेंस ऑफ कंडक्टर इंक्रीजेज विच। अगर स्पैसिफिक रजिस्टेंस की गल करिए वो किद्दां इंक्रीज कर रही है, इंक्रीज इन अ टैंपरेचर, इंक्रीज इन अ टैंपरेचर। नैक्सट क्वेश्चन की है, नैक्सट क्वेश्चन है साडा, अ फ्यूज वायर, अ फ्यूज वायर इज़ अ वायर ऑफ। अगर मैं फ्यूज वायर की वायर की गल करा वो की है, साडे कोल जिहड़ी फ्यूज वायर है वो हाई रजिस्टेंस ते लो मैल्टिंग पॉइंट वाली है। 1 kWh इज इक्वल्स टू, असी ऑलरेडी डिस्कस कर चुके हैं, 36 × 10⁵। सिलेक्ट करैक्ट ऑप्शन, विच आउट ऑफ द फॉलोइंग इज यूज टू मेक द स्टैंडर्ड रजिस्टेंस। किहड़ा नूं यूज़ किया जाता है, बड़ा इंपॉर्टेंट क्वेश्चन है, पूछा गया, बार बार पूछा जाता है। सो आंसर क्या आएगा, कॉन्स्टेंट। नैक्सट क्या, विद इंक्रीज इन टैंपरेचर रजिस्टेंस ऑफ मैटल। अगर मैं इंक्रीज कर देवां टैंपरेचर नूं, मैटल की रजिस्टेंस की हो जाएगी, ये हो जाएगी साडे कोल इंक्रीज। थैंक यू।